ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਬੱਚਿਓ, ਸਾਰਿਆਂ ਨੂੰ ਜੀ ਯਿਸੂ ਮਸੀਹ ਦੀ। ਸਭ ਤੋਂ ਪਹਿਲਾਂ ਅੱਜ ਦਾ ਦੂਜਾ ਕਲਾਸ ਦੇ ਵਿੱਚ ਦੂਜਾ ਅਧਿਆਇ ਅਸੀਂ ਅੱਜ ਪੜ੍ਹਨ ਲਈ ਜਾ ਰਹੇ ਹਾਂ। ਇਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਆइए ਅਸੀਂ ਅੱਜ ਦੀ ਇਸ ਕਲਾਸ ਬੜੀ ਖੁਸ਼ੀ ਦੇ ਨਾਲ ਇੱਕ ਪ੍ਰਾਰਥਨਾ ਦੇ ਜ਼ਰੀਏ ਸ਼ੁਰੂ ਕਰਾਂਗੇ। पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਬੜੀ ਖੁਸ਼ੀ ਆ ਤੁਹਾਨੂੰ ਵੇਖ ਕੇ, ਕਿਉਂਕਿ ਥੋੜੇ ਸਮਾਂ ਤੋਂ ਬਾਅਦ ਫਿਰ ਆਨਲਾਈਨ ਕਲਾਸ ਦੇ ਵਿੱਚ ਤੁਸੀਂ ਭਾਗ ਲੈ ਰਹੇ ਹੋ। ਮਸੀਹ ਤਾਲੀਮ ਦੇ ਵਿੱਚ ਭਾਗ ਲੈਣ ਦੇ ਰਾਹੀਂ, ਹਿੱਸਾ ਲੈਣ ਦੇ ਰਾਹੀਂ, ਪੜ੍ਹਨ ਦੇ ਰਾਹੀਂ ਤੁਸੀਂ ਤੁਹਾਡੇ ਈਮਾਨ ਨੂੰ ਮਜ਼ਬੂਤ ਕਰਦੇ ਹੋ। ਖੁਸ਼ੀ ਦੀ ਗੱਲ, ਇਸ ਸਮਾਂ ਤੁਸੀਂ ਪ੍ਰਾਰਥਨਾ ਭਵਨ ਟੀਵੀ ਦੇ ਜ਼ਰੀਏ ਇਸ ਆਨਲਾਈਨ ਕਲਾਸ ਦੇ ਰਾਹੀਂ ਤੁਸੀਂ ਤੁਹਾਡੇ ਈਮਾਨ ਨੂੰ ਵਧਾਉਂਦੇ ਹੋ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਅਤੇ ਹਮੇਸ਼ਾ ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਅਤੇ ਲੋਕ ਵੀ ਕਹਿੰਦੇ ਆ, ਸਰਕਾਰ ਵੱਲੋਂ ਵੀ ਸਾਨੂੰ ਹਦਾਇਤਾਂ ਮਿਲਦੇ ਆ ਕਿ ਸਟੇ ਸੇਫ, ਸਟੇ ਐਟ ਹੋਮ। ਤੁਸੀਂ ਆਪਣੇ ਆਪ ਨੂੰ ਸੰਭਾਲੋ, ਆਪਣੇ ਆਪ ਨੂੰ ਬਚਾਵੋ ਅਤੇ ਆਪਣੇ ਘਰਾਂ ਦੇ ਵਿੱਚ ਹੀ ਖੁਸ਼ੀ ਨਾਲ ਰਹਿ ਕੇ ਇਸੇ ਤਰ੍ਹਾਂ ਪੜ੍ਹਾਈ ਦੇ ਵਿੱਚ ਅੱਗੇ ਵਧੋ। ਆइए ਅਸੀਂ ਅੱਜ ਦਾ ਜੋ ਚੈਪਟਰ ਹੈ, ਅਧਿਆਇ 2, ਅਸੀਂ ਧਿਆਨ ਨਾਲ ਪੜ੍ਹਾਂਗੇ, ਸੁਣਾਂਗੇ ਅਤੇ ਪ੍ਰਭੂ ਦੇ ਬਾਰੇ ਹੋਰ ਵੀ ਜਾਣਕਾਰੀ ਹਾਸਲ ਕਰੀਏ। ਅੱਜ ਦਾ ਚੈਪਟਰ ਦਾ ਟਾਈਟਲ ਨਾਮ ਹੈ ਖੁਦਾ ਦਾ ਲੇਲਾ ਜੋ ਸੰਸਾਰ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਇਸ ਟਾਈਟਲ ਦੇ ਵਿੱਚੋਂ ਵੀ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਸ਼ਾਇਦ ਮਿਲਿਆ ਹੋਣਗੇ। ਜੋ ਖੁਦਾ ਦਾ ਲੇਲਾ ਹੈ, ਜੋ ਖੁਦਾ ਦੇ ਬੇਟਾ ਨੂੰ ਇਸ ਧਰਤੀ ਉੱਤੇ ਖੁਦਾ ਘੱਲਿਆ ਹੈ ਸਾਡੇ ਸਾਰਿਆਂ ਦੇ ਖਾਤਰ, ਉਸ ਖੁਦਾ ਦੇ ਲੇਲਾ ਜੋ ਪ੍ਰਭੂ ਯਿਸੂ ਮਸੀਹ ਸਾਡੇ ਮੁਕਤੀ ਦਾਤਾ ਹੈ, ਉਸ ਮੁਕਤੀ ਦਾਤਾ ਸਾਡੇ ਸਾਰਿਆਂ ਦੇ ਗੁਨਾਹਾਂ ਨੂੰ ਮਾਫ ਕੀਤਾ ਹੈ। ਅਤੇ ਉਹ ਸੰਤ ਯੋਹੰਨਾ ਬਪਤਿਸਮਾ ਦੇਣ ਵਾਲਾ ਨੇ ਬੜੇ ਵਧੀਆ ਢੰਗ ਦੇ ਨਾਲ ਪਵਿੱਤਰ ਵਚਨ ਦੇ ਵਿੱਚ ਅਸੀਂ ਵੇਖਦੇ ਹਾਂ, ਇਹ ਕਹਿੰਦਾ ਹੈ ਕਿ ਵੇਖੋ ਖੁਦਾ ਦੇ ਲੇਲਾ ਜੋ ਸੰਸਾਰ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਅਸੀਂ ਪਾਕ ਯੂਕਰਿਸਤ ਦੇ ਵਿੱਚ ਵੀ ਇਹ ਪ੍ਰਾਰਥਨਾ ਪੜ੍ਹਦੇ ਹਾਂ। ਅਸੀਂ ਇਸ ਪ੍ਰਾਰਥਨਾ ਪੜ੍ਹਨ ਦੇ ਰਾਹੀਂ ਅਸੀਂ ਯਾਦ ਕਰਦੇ ਕਿ ਮੇਰਾ ਪ੍ਰਭੂ ਮੇਰੇ ਵਿੱਚ ਆਉਣ ਵਾਲਾ ਹੈ ਅਤੇ ਵਹੀ ਪ੍ਰਭੂ ਯਿਸੂ ਮਸੀਹ ਮੈਨੂੰ ਸ਼ੁੱਧ ਕਰਨ ਵਾਲਾ, ਮੈਨੂੰ ਪਵਿੱਤਰ ਕਰਨ ਵਾਲਾ ਹੈ, ਮੇਰੇ ਗੁਨਾਹਾਂ ਤੋਂ ਮਾਫ ਕਰਕੇ ਮੇਰੇ ਦਿਲ ਦੇ ਵਿੱਚ ਵਾਸ ਕਰਨ ਵਾਲਾ ਹੈ। ਲੇਲਾ ਸਾਡੇ ਵਿਚਕਾਰ ਆਉਣ ਦਾ ਮਤਲਬ ਇਹੀ ਹੈ। ਲੇਲਾ ਹਮੇਸ਼ਾ ਪਵਿੱਤਰ ਰਹਿੰਦਾ ਹੈ। ਪਿਆਰਿਓ, ਆइए ਅਸੀਂ ਅੱਜ ਦਾ ਇਸ ਅਧਿਆਇ ਧਿਆਨ ਨਾਲ ਪੜ੍ਹਾਂਗੇ ਅਤੇ ਖੁਦਾ ਦੇ ਬਾਰੇ ਹੋਰ ਵੀ ਜਾਣਕਾਰੀ ਹਾਸਲ ਕਰੀਏ। ਅੱਜ ਦਾ ਪਾਠ ਖਾਸ ਕਰਕੇ 5 ਅਲੱਗ-ਅਲੱਗ ਟੌਪਿਕ ਦੇ ਵਿੱਚ ਵੰਡਿਆ ਗਿਆ ਹੈ। ਉਹ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਯਿਸੂ ਦਾ ਬਪਤਿਸਮਾ ਲੈਣਾ, ਦੂਸਰਾ ਯੋਹੰਨਾ ਦੀ ਗਵਾਹੀ, ਤੀਸਰਾ ਪਾਕ ਤਸਲੀਸ ਦਾ ਪ੍ਰਗਟਾਵਾ, ਚੌਥਾ ਇੱਕ ਖੁਦਾ ਤਿੰਨ ਸ਼ਖਸ ਯਾਨੀ ਪਾਕ ਤਸਲੀਸ, ਅਤੇ ਪੰਜਵਾਂ ਪ੍ਰਭੂ ਯਿਸੂ ਦੁਨੀਆ ਦਾ ਚਾਨਣ।
ਸੋ ਆਓ ਅਸੀਂ ਅੱਜ ਦਾ ਇਸ 5 ਟੌਪਿਕ ਦੇ ਬਾਰੇ ਥੋੜਾ ਮਨੋਚਿੰਤਨ ਕਰੀਏ ਅਤੇ ਇਸ ਅਧਿਆਇ ਦੇ ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਕਰੀਏ। ਯਿਸੂ ਦਾ ਬਪਤਿਸਮਾ ਲੈਣਾ। ਫਿਰ ਯਿਸੂ ਗਲੀਲ ਤੋਂ ਯਰਦਨ ਨਦੀ ਤੇ ਆ ਪੁੱਜਿਆ ਤਾਂ ਜੋ ਉਹ ਯੋਹੰਨਾ ਵੱਲੋਂ ਬਪਤਿਸਮਾ ਲਵੇ। ਯੋਹੰਨਾ ਨੇ ਉਸ ਨੂੰ ਇਹ ਕਹਿੰਦੇ ਹੋਏ ਰੋਕਣਾ ਚਾਹਿਆ, ਮੈਨੂੰ ਆਪ ਤੁਹਾਡੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ, ਤੁਸੀਂ ਮੇਰੇ ਕੋਲ ਆਏ ਹੋ। ਪਰ ਯਿਸੂ ਨੇ ਅੱਗੇ ਉੱਤਰ ਦਿੱਤਾ, ਹੁਣ ਇੰਝ ਹੀ ਹੋਣ ਦਿਓ, ਕਿਉਂਕਿ ਸਾਡੇ ਲਈ ਇਹੀ ਜਚਦਾ ਹੈ ਕਿ ਅਸੀਂ ਇਸ ਤਰ੍ਹਾਂ ਸਾਰੀ ਧਾਰਮਿਕਤਾ ਨੂੰ ਪੂਰਾ ਕਰੀਏ। ਤਦ ਯੋਹੰਨਾ ਨੇ ਮੰਨ ਲਿਆ। ਜਦੋਂ ਯਿਸੂ ਨੇ ਬਪਤਿਸਮਾ ਲੈ ਲਿਆ ਤਾਂ ਉਹ ਫੌਰਨ ਪਾਣੀ ਵਿੱਚੋਂ ਬਾਹਰ ਆਇਆ ਅਤੇ ਦੇਖੋ ਆਸਮਾਨ ਤੇ ਉਸ ਦੇ ਲਈ ਖੁੱਲ੍ਹ ਗਏ ਅਤੇ ਉਸ ਨੇ ਖੁਦਾ ਦੇ ਰੂਹ ਨੂੰ ਕਬੂਤਰ ਦੇ ਸਰੂਪ ਵਿੱਚ ਉਤਰਦੇ ਅਤੇ ਆਪਣੇ ਉੱਤੇ ਠਹਿਰਦੇ ਵੇਖਿਆ ਅਤੇ ਹਾਂ, ਸਵਰਗਾਂ ਵਿੱਚੋਂ ਇਹ ਕਹਿੰਦੀ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਬੇਟਾ ਹੈ ਜਿਸ ਤੋਂ ਮੈਂ ਬੇहद ਖੁਸ਼ ਹਾਂ। ਸੰਤ ਮਤੀ ਦੇ ਅੰਜੀਲ ਦੇ 3 ਬਾਬ ਦੇ 13 ਆਇਤ ਤੋਂ 17ਵਾਂ ਆਇਤ ਤੱਕ ਅਸੀਂ ਪ੍ਰਭੂ ਯਿਸੂ ਮਸੀਹ ਦਾ ਬਪਤਿਸਮਾ ਲੈਣ ਦੇ ਬਾਰੇ ਪੜ੍ਹਦੇ ਹਾਂ। ਪ੍ਰਭੂ ਯਿਸੂ ਮਸੀਹ ਕਿੱਥੇ ਬਪਤਿਸਮਾ ਲਿਆ ਸੀ? ਗਲੀਲੀ ਦੇ ਯਰਦਨ ਨਦੀ ਦੇ ਵਿੱਚ। ਕਿਸ ਨੇ ਪ੍ਰਭੂ ਯਿਸੂ ਮਸੀਹ ਨੂੰ ਬਪਤਿਸਮਾ ਦਿੱਤਾ? ਯੋਹੰਨਾ ਬਪਤਿਸਮਾ ਦੇਣ ਵਾਲਾ। ਸੋ ਪਿਆਰਿਓ, ਪ੍ਰਭੂ ਯਿਸੂ ਮਸੀਹ ਜੋ ਦੱਸੇ ਹੋਏ ਭਵਿੱਖਬਾਣੀਆਂ ਨੂੰ ਪੂਰਾ ਕਰਨ ਲਈ ਅਤੇ ਪਵਿੱਤਰ ਵਚਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਖੁਦ ਕਹਿੰਦਾ ਹੈ, ਇਹ ਇਸ ਲਈ ਹੋਣਾ ਜ਼ਰੂਰੀ ਹੈ ਕਿਉਂਕਿ ਸਾਰੀ ਧਾਰਮਿਕਤਾ ਨੂੰ ਪੂਰਾ ਕਰੀਏ। यही मकसद ਦੇ ਲਈ ਪ੍ਰਭੂ ਯਿਸੂ ਮਸੀਹ ਨੇ ਯਰਦਨ ਨਦੀ ਦੇ ਵਿੱਚ ਸੰਤ ਯੋਹੰਨਾ ਬਪਤਿਸਮਾ ਤੋਂ ਬਪਤਿਸਮਾ ਸਵੀਕਾਰ ਕੀਤਾ। ਤੇ ਪਿਆਰਿਓ, ਇਹ ਸਾਰੀ ਗੱਲਾਂ ਨੂੰ ਅਸੀਂ ਇੱਕ ਛੋਟੀ ਜਿਹੀ ਗੱਲ ਦੇ ਵਿੱਚ, ਇੱਕ ਭੇਦ ਦੇ ਵਿੱਚ ਅਸੀਂ ਸਪਸ਼ਟ ਦੇ ਨਾਲ ਸਮਝਾ ਸਕਦੇ ਹਾਂ, ਸਮਝ ਸਕਦੇ ਹਾਂ। ਉਹ ਇਹ ਪਾਕ ਤਸਲੀਸ ਇੱਕ ਖੁਦਾ ਦੇ ਇਕੱਠ, ਉਹ ਤਿੰਨੋਂ ਸ਼ਖਸ ਇੱਕ ਥਾਂ ਤੇ ਇਕੱਠੇ ਹੁੰਦੇ ਹਨ। ਇਸ ਦੇ ਬਾਰੇ ਅਸੀਂ ਬਾਅਦ ਵਿੱਚ ਪੜਾਂਗੇ, ਲੇਕਿਨ ਇੰਨੇ ਕਿ ਤੋਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਬਪਤਿਸਮੇ ਦਾ ਸਮਾਂ ਅਸੀਂ ਪਾਕ ਤਸਲੀਸ ਇੱਕ ਖੁਦਾ ਨੂੰ ਸਮਝ ਸਕਦੇ ਹਾਂ, ਵੇਖ ਸਕਦੇ ਹਾਂ। ਹੁਣ ਇਹ ਪ੍ਰਭੂ ਯਿਸੂ ਮਸੀਹ ਦਾ ਬਪਤਿਸਮਾ ਲੈਣ ਦੇ ਰਾਹੀਂ ਸ਼ਾਇਦ ਅਸੀਂ ਸਾਰੇ ਇਹ ਸੋਚਦੇ ਹੋਣਗੇ ਕਿ ਬਪਤਿਸਮਾ ਸਾਡੇ ਮਨੁੱਖੀ ਗੁਨਾਹ ਤੋਂ ਸਾਨੂੰ ਮੁਕਤੀ ਦੇਣ ਦਾ ਇੱਕ ਸਾਕਰਮੈਂਟ ਹੈ। ਸੋ ਸਾਡੇ ਰਿਵਾਜ ਦੇ ਮੁਤਾबिक ਅਤੇ ਸਾਡੇ ਵਿਸ਼ਵਾਸ ਦੇ ਮੁਤਾबिक ਇਹ ਸਚਾਈ ਹੈ ਕਿ ਬਪਤਿਸਮਾ ਇੱਕ ਸਾਕਰਮੈਂਟ ਹੈ ਜੋ ਪ੍ਰਭੂ ਯਿਸੂ ਮਸੀਹ ਨੇ ਖੁਦ ਸਥਾਪਿਤ ਕੀਤਾ ਸੀ ਅਤੇ ਉਸ ਸਾਕਰਮੈਂਟ ਦੇ ਜ਼ਰੀਏ ਅਸੀਂ ਸਾਰੇ ਆਪਣੇ ਮਨੁੱਖੀ ਗੁਨਾਹ ਤੋਂ ਮੁਕਤੀ ਹਾਸਲ ਕਰਦੇ। ਉਹ ਜੋ ਪਾਪ ਸੀ, ਉਸ ਪਾਪ ਦੇ ਅਸਰ ਤੋਂ ਸਾਨੂੰ ਮੁਕਤੀ ਮਿਲਦੀ ਹੈ। ਉਸੇ ਤਰ੍ਹਾਂ ਅਸੀਂ ਖੁਦਾ ਦੇ ਸੰਤਾਨ ਬਣਦੇ ਹਾਂ, ਉਸੇ ਤਰ੍ਹਾਂ ਅਸੀਂ ਸਵਰਗ ਰਾਜ ਦੇ ਵਾਰਿਸ ਬਣਦੇ ਹਾਂ ਤੇ ਅਸੀਂ ਕੈਥੋਲਿਕ ਕਲੀਸਿਆ ਦੇ ਮੈਂਬਰ ਵੀ ਬਣਦੇ ਹਾਂ। ਇਹ ਸੱਚਾਈ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸਮਝਦੇ ਹਾਂ, ਸੋ ਇੱਕ ਸਵਾਲ ਸਾਡੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਜੇਕਰ ਪ੍ਰਭੂ ਯਿਸੂ ਮਸੀਹ ਬਪਤਿਸਮਾ ਲਿਆ, ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਕੋਈ ਗੁਨਾਹ ਕੀਤੇ? ਸੱਚਾਈ ਇਹ ਹੈ ਕਿ ਪ੍ਰਭੂ ਯਿਸੂ ਮਸੀਹ ਕਦੀ ਕੋਈ ਗੁਨਾਹ ਨਹੀਂ ਕੀਤਾ। ਪ੍ਰਭੂ ਯਿਸੂ ਮਸੀਹ ਕੋਈ ਗੁਨਾਹ ਨਹੀਂ ਕੀਤਾ, ਸਗੋਂ ਪ੍ਰਭੂ ਯਿਸੂ ਮਸੀਹ ਦੇ ਬਪਤਿਸਮਾ ਲੈਣ ਦੇ ਰਾਹੀਂ ਸਾਡੇ ਲਈ ਇੱਕ ਬਪਤਿਸਮੇ ਦਾ ਸਾਕਰਮੈਂਟ ਸਥਾਪਿਤ ਕੀਤਾ ਹੈ ਅਤੇ ਜਿਸ ਪਾਣੀ ਦੇ ਜ਼ਰੀਏ ਸਾਡੇ ਬਪਤਿਸਮਾ ਹੋਣਗੇ, ਉਸ ਪਾਣੀ ਨੂੰ ਪ੍ਰਭੂ ਯਿਸੂ ਮਸੀਹ ਨੇ ਪਵਿੱਤਰ ਕੀਤਾ ਹੈ। ਪ੍ਰਭੂ ਯਿਸੂ ਮਸੀਹ ਦੇ ਬਪਤਿਸਮੇ ਦਾ ਮਤਲਬ ਇਹੀ ਆ। ਸੋ ਪਿਆਰਿਓ, ਪ੍ਰਭੂ ਯਿਸੂ ਦੇ ਇਸ ਬਪਤਿਸਮਾ ਲੈਣ ਦੇ ਰਾਹੀਂ ਅਸੀਂ ਵੀ ਇਹ ਯਾਦ ਰੱਖਣਾ ਕਿ ਮੇਰਾ ਪ੍ਰਭੂ ਮੇਰੇ ਲਈ, ਤੁਹਾਡੇ ਲਈ, ਸਾਡੇ ਕੈਥੋਲਿਕ ਚਰਚ ਦੇ ਵਿੱਚ ਵੀ ਬਪਤਿਸਮੇ ਦਾ ਸਾਕਰਮੈਂਟ ਸਥਾਪਿਤ ਕੀਤਾ ਹੈ ਅਤੇ ਉਸ ਬਪਤਿਸਮਾ ਨੂੰ ਲੈਣਾ ਅਤੇ ਉਸ ਦਾ ਮਤਲਬ ਨੂੰ ਚੰਗੀ ਤਰ੍ਹਾਂ ਜਾਣਨਾ ਬਹੁਤ ਹੀ ਜ਼ਰੂਰੀ ਹੈ। ਹੁਣ ਦੂਸਰਾ ਟੌਪਿਕ ਅਸੀਂ ਦੇਖਾਂਗੇ, ਯੋਹੰਨਾ ਦੀ ਗਵਾਹੀ। ਪ੍ਰਭੂ ਯਿਸੂ ਮਸੀਹ ਸੀਨ ਦੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਸੰਤ ਯੋਹੰਨਾ ਬਪਤਿਸਮਾ ਪ੍ਰਭੂ ਦੇ ਲਈ ਇੱਕ ਰਾਹ ਤਿਆਰ ਕੀਤਾ ਹੈ। ਉਹ ਰਾਹ ਤਿਆਰ ਕਰਨ ਦਾ ਮਤਲਬ ਇਹ ਕਿ ਇਹਨਾਂ ਦੇ ਪਿੱਛੋਂ ਆਉਣ ਵਾਲਾ ਸਭ ਤੋਂ ਪਵਿੱਤਰ ਹੈ ਅਤੇ ਸਭ ਤੋਂ ਉੱਚਾ ਹੈ। ਉਹ ਖੁਦ ਉਹਨਾਂ ਨੇ ਇੱਕ ਗਵਾਹੀ ਦਿੱਤੀ ਹੈ ਅਤੇ ਸੰਤ ਯੋਹੰਨਾ ਬਪਤਿਸਮਾ ਗਵਾਹੀ ਦੇਣ ਦੇ ਰਾਹੀਂ ਉਹਨਾਂ ਨੇ ਪ੍ਰਭੂ ਯਿਸੂ ਨੂੰ ਅੱਗੇ ਸਾਡੇ ਲਈ ਮੁਕਤੀ ਦੇਣ ਲਈ, ਆਉਣ ਲਈ ਖਾਸ ਕਰਕੇ ਰਸਤਾ ਤਿਆਰ ਕੀਤਾ।
ਹੁਣ ਅਸੀਂ ਦੇਖਾਂਗੇ ਪਵਿੱਤਰ ਵਚਨ ਦੇ ਵਿੱਚ ਕੀ ਲਿਖਿਆ ਹੈ। ਸੰਤ ਯੋਹੰਨਾ ਦੀ ਅੰਜੀਲ ਉਸ ਦਾ ਪਹਿਲਾ ਬਾਬ ਦੇ 29 ਆਇਤ ਤੋਂ 34 ਆਇਤ ਤੱਕ ਅਸੀਂ ਵੇਖਦੇ ਹਾਂ ਕਿਸ ਤਰ੍ਹਾਂ ਯੋਹੰਨਾ ਬਪਤਿਸਮਾ ਪ੍ਰਭੂ ਦੇ ਲਈ ਇੱਕ ਗਵਾਹ ਬਣਿਆ। ਉਹਨਾਂ ਨੇ ਕਿਸ ਤਰ੍ਹਾਂ ਗਵਾਹੀ ਦਿੱਤੀ। ਇਹਦੇ ਵਿੱਚ ਲਿਖਿਆ ਹੈ, ਅਗਲੇ ਦਿਨ ਉਸਨੇ ਯਿਸੂ ਨੂੰ ਆਪਣੇ ਵੱਲ ਆਉਂਦੇ ਵੇਖਿਆ ਅਤੇ ਕਿਹਾ, ਵੇਖੋ ਖੁਦਾ ਦਾ ਲੇਲਾ ਜੋ ਸੰਸਾਰ ਦੇ ਪਾਪ ਚੁੱਕ ਲੈ ਜਾਂਦਾ ਹੈ। ਅਤੇ ਇਹੀ ਹੈ ਸਭ ਤੋਂ ਪਹਿਲੀ ਗਵਾਹੀ। ਯੋਹੰਨਾ ਬਪਤਿਸਮਾ ਨੇ ਇਸ ਧਰਤੀ ਉੱਤੇ ਆਉਣ ਦੇ ਰਾਹੀਂ ਇਹੀ ਸਾਨੂੰ ਦੱਸਦਾ ਹੈ ਕਿ ਜੋ ਆਉਣ ਵਾਲਾ ਲੇਲਾ ਹੈ, ਜੋ ਖੁਦਾ ਦਾ ਬੇਟਾ ਪ੍ਰਭੂ ਯਿਸੂ ਮਸੀਹ ਮੇਰਾ ਵੀ ਤੁਹਾਡਾ ਵੀ ਸਾਰਿਆਂ ਦਾ ਗੁਨਾਹ ਚੁੱਕ ਕੇ ਲੈ ਕੇ ਜਾਣ ਵਾਲਾ ਹੈ। ਸੋ ਆਈ ਅਸੀਂ ਇਸ ਸੱਚਾਈ ਨੂੰ ਮੰਨੀਏ। ਉਸੇ ਤਰ੍ਹਾਂ ਇਹਦੇ ਵਿੱਚ ਹੋਰ ਵੀ ਸੰਤ ਯੋਹੰਨਾ ਦੇ ਗਵਾਹੀ ਦੇ ਬਾਰੇ ਲਿਖਿਆ ਹੈ, ਮੇਰੇ ਬਾਅਦ ਇੱਕ ਪੁਰਖ ਆਉਂਦਾ ਹੈ ਜਿਸ ਦਾ ਰੁਤਬਾ ਮੇਰੇ ਤੋਂ ਮਹਾਨ ਹੈ ਕਿਉਂਕਿ ਉਹ ਮੇਰੇ ਤੋਂ ਪਹਿਲਾ ਸੀ। ਤੇ ਯੋਹੰਨਾ ਬਪਤਿਸਮਾ ਆਉਣ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਖੋਂਦ ਵਿੱਚ ਸੀ, ਇਸ ਦੁਨੀਆ ਦੇ ਵਿੱਚ ਸੀ। ਇਸ ਲਈ ਅਸੀਂ ਵੇਖਦੇ ਹਾਂ ਸੰਤ ਯੋਹੰਨਾ ਦੀ ਅੰਜੀਲ ਪਹਿਲਾ ਬਾਬ ਦੇ ਪਹਿਲੇ ਆਇਤ ਦੇ ਵਿੱਚ ਵੇਖਦੇ ਹਾਂ, ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਨਾਲ ਸੀ ਅਤੇ ਸ਼ਬਦ ਪਰਮੇਸ਼ਵਰ ਸੀ। ਇਸੇ ਤਰ੍ਹਾਂ ਉਤਪਤ ਗ੍ਰੰਥ ਦੇ ਵਿੱਚ ਉਸ ਦਾ ਪਹਿਲਾ ਬਾਬ ਦੇ 28 ਆਇਤ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਪਾਕ ਤਸਲੀਸ ਇੱਕ ਖੁਦਾ ਇਕੱਠੇ ਹੋ ਕੇ ਇਸ ਦੁਨੀਆ ਦੀ ਰਚਨਾ ਕੀਤੀ ਹੈ। ਸੋ ਪਿਆਰਿਓ, ਇਹਨਾਂ ਸਾਰੇ ਸੱਚਾਈ ਨੂੰ ਅਸੀਂ ਜਾਣੀਏ ਕਿ ਕਿਸ ਤਰ੍ਹਾਂ ਯੋਹੰਨਾ ਬਪਤਿਸਮਾ ਵੀ ਪ੍ਰਭੂ ਦੇ ਆਉਣ ਦੇ ਬਾਰੇ ਗਵਾਹੀ ਦਿੱਤੀ। ਤੀਸਰੇ ਗਵਾਹੀ ਅਸੀਂ ਦੇਖਦੇ ਹਾਂ, ਯੋਹੰਨਾ ਬਪਤਿਸਮਾ ਕਹਿੰਦਾ ਹੈ, ਮੈਂ ਆਪ ਉਸ ਨੂੰ ਨਹੀਂ ਜਾਣਦਾ ਸੀ ਪਰ ਮੈਂ ਇਸ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਆਇਆ ਹਾਂ ਕਿ ਉਹ ਇਸਰਾਇਲ ਉਤੇ ਪ੍ਰਗਟ ਕੀਤਾ ਜਾਵੇ। ਯੋਹੰਨਾ ਅੱਗੇ ਗਵਾਹੀ ਦਿੱਤੀ, ਮੈਂ ਰੂਪਾਕ ਨੂੰ ਕਬੂਤਰ ਦੀ ਸ਼ਕਲ ਵਿੱਚ ਸੁਰਗੋਂ ਉਤਰਦੇ ਵੇਖਿਆ ਅਤੇ ਉਹ ਉਸ ਉਤੇ ਠਹਿਰ ਗਿਆ। ਮੈਂ ਆਪ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਸ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਘੱਲਿਆ ਸੀ ਉਸੇ ਨੇ ਮੈਨੂੰ ਕਿਹਾ, ਜਿਸ ਉਤੇ ਮੈਂ ਰੂਹ ਨੂੰ ਉਤਰਦੇ ਅਤੇ ਠਹਿਰਦੇ ਵੇਖੇ ਉਹੀ ਹੈ ਜੋ ਰੂਪਾਕ ਨਾਲ ਬਪਤਿਸਮਾ ਦਿੰਦਾ ਹੈ। ਮੈਂ ਵੇਖਿਆ ਅਤੇ ਗਵਾਹੀ ਦਿੱਤੀ ਹੈ ਕਿ ਇਹ ਖੁਦਾ ਦਾ ਬੇਟਾ ਹੈ। यही है संत यूहन्ना बपतिस्मा देने वाले दा गवाही। उन्होंने प्रभु यीशु मसीह दे बारे किस तरह गवाही दे के साडे सामने एक सब तो वड्डा उदाहरण दिता। सो प्यारियो, अज संत यूहन्ना बपतिस्मा देने वाले दी गवाही दे बारे भी यही जिक्र है। संत यूहन्ना दी अंजील दे पहला बाब दे 29 आयतों 34 आयत तक इसनों असीं अपने मन दे विच रखना। किस तरह उन्होंने गवाही दी, अपने आप को छोटा समझा ते क्या कि जो मेरे पीछे आने वाले उन्होंने जुतियां हैं, उस जुतियां दे तस्मे खोलन तक भी मैं योग नहीं हाँ। संत यूहन्ना बपतिस्मे दी गवाही यही है। सो आई असी यूहन्ना बपतिस्मे दे बारे इन्ने कि तो जानकारी लईए अते वो किन्ने के हलीम सी, उसी तरह असी भी हलीम रहना जरूरी है। अगे असी वेखदे हां, प्रभु यीशु मसीह खुदा दे लैला जो संसार दे गुनाह चुक ले जांदा है, वो साडी खातिर यरदन नदी दे पाणियां विच उतरिया तां जो साडे गुनाह दी माफी लई पछतावे दा बपतिस्मा स्वीकार करे। प्रभु यीशु मसीह दा बपतिस्मा उस दे कलवरी दी कुर्बानी वल संकेत करदा, जिस दे जरिए सारी मानव जाति दे पाप माफ हो जाणगे अते उस दे पुनरुत्थान बारे। सो प्रभु यीशु मसीह साडे लई मर गया, साडे लई जी उठिया है, वो साडे नजात हैं। प्रभु यीशु मसीह इस मकसद लई इस धरती उत्ते जन्म लिया, बपतिस्मा लिया अते आखिर विच प्रभु यीशु ने मर के साडे लई जी उठिया है। ये सच्चाई नूं असीं समझिए अते विश्वास करिए ताकि प्रभु यीशु मेरा मुक्तिदाता है, मेरे लिए इस धरती उत्ते जन्म लिया है। अगले टॉपिक के बारे में देखिए, पाक तसलीस दी प्रगटावा। पाक तसलीस दा प्रगटावा की है? प्रभु यीशु मसीह दा बपतिस्मे दे वेले खुदा बाप, खुदा बेटा ते खुदा रूपाक मौजूद सी। असीं वेखदे हां प्रभु यीशु मसीह दे बपतिस्मे दे दौरान पाक तसलीस दे भेद दा प्रगटावा होया। खुदा बेटा बपतिस्मे दा स्वीकार कर रहा सी। खुदा बाप, खुदा बेटा तो बेहद प्रसन्न होया अते ऐलान किया कि ये मेरा प्यारा पुत्र है। जिस तरह मैं पहला जेडे टॉपिक दे विच तुहानू समझाया सी, उसी तरह खुदा रूपाक कबूतर दी शक्ल विच खुदा बेटे ते आ ठहरिया। इस तरह खुदा ने पाक तसलीस दा
ਗਹਿਰਾ ਭੇਦ ਸਾਡੇ ਤੇ ਪ੍ਰਗਟ ਕੀਤਾ ਜੋ ਮਨੁੱਖੀ ਦਿਮਾਗ ਦੀ ਸਮਝ ਤੋਂ ਪਰੇ ਹੈ। ਪ੍ਰਭੂ ਯਿਸੂ ਦਾ ਰੂਹ ਪਾਕ ਦੁਆਰਾ ਅਭਿਸ਼ੇਕ ਹੋਇਆ। ਇਸ ਤਰ੍ਹਾਂ ਪ੍ਰਭੂ ਦੇ ਨਾਮ ਦਾ ਖੁਲਾਸਾ ਹੋਇਆ। ਸ਼ਬਦ ਮਸੀਹ ਦਾ ਅਰਥ ਹੈ ਮਸਾ ਕੀਤਾ ਹੋਇਆ। ਹੁਣ ਵੇਖੋ, ਪਾਕ ਤਸਲੀਸ ਇੱਕ ਖੁਦਾ ਪ੍ਰਭੂ ਯਿਸੂ ਦੇ ਬਪਤਿਸਮੇ ਦਾ ਸਮਾਂ ਮੌਜੂਦ ਸੀ ਅਤੇ ਉਹੀ ਪਾਕ ਤਸਲੀਸ ਇੱਕ ਖੁਦਾ ਇੱਕ ਭੇਦ ਹੈ। ਭੇਦ ਮਤਲਬ ਜੋ ਅਸੀਂ ਆਪਣੇ ਦਿਮਾਗ ਦੇ ਨਾਲ ਸਮਝ ਨਹੀਂ ਸਕਦੇ। ਅਸੀਂ ਜਿੰਨੇ ਮਰਜ਼ੀ ਕੋਸ਼ਿਸ਼ ਕਰੀਏ ਕਿ ਮੈਂ ਮੇਰਾ ਪ੍ਰਭੂ ਦੇ ਬਾਰੇ ਜਾਣਕਾਰੀ ਮੇਰੇ ਦਿਮਾਗ ਦੇ ਨਾਲ ਸੋਚ ਕੇ ਮੈਂ ਸਿੱਖਾਂਗਾ, ਪੜਾਂਗਾ, ਲੇਕਿਨ ਸਾਡੇ ਦਿਮਾਗ ਦੇ ਨਾਲ ਪ੍ਰਭੂ ਦੇ ਸਾਰੇ ਭੇਦਾਂ ਨੂੰ ਨਹੀਂ ਸਮਝ ਸਕਦੇ। ਆਪਣੇ ਵਿਸ਼ਵਾਸ ਦੇ ਅੱਖਾਂ ਨੂੰ ਖੋਲ ਕੇ ਇਹੀ ਕਹਿਣਾ ਚਾਹੀਦਾ, ਆਮੀਨ। ਆਮੀਨ ਦਾ ਮਤਲਬ ਜੋ ਕਿਹਾ ਹੈ ਉਹ ਸੱਚ ਹੈ। ਜੋ ਮੇਰੇ ਵਿਸ਼ਵਾਸ ਮੈਨੂੰ ਕਹਿੰਦਾ ਹੈ ਉਹ ਸੱਚ ਹੈ। ਇਸ ਸੱਚਾਈ ਨੂੰ ਅਸੀਂ ਮੰਨਣਾ ਚਾਹੀਦਾ। ਹੁਣ ਅਸੀਂ ਅਗਲੇ ਟੌਪਿਕ ਦੇ ਵਿੱਚ ਵੇਖਾਂਗੇ ਇੱਕ ਖੁਦਾ ਤਿੰਨ ਸ਼ਖਸ, ਯਾਨੀ ਪਾਕ ਤਸਲੀਸ ਇੱਕ ਖੁਦਾ। ਪਾਕ ਤਸਲੀਸ ਕੀ ਹੁੰਦਾ ਹੈ? ਪਾਕ ਤਸਲੀਸ ਇੱਕ ਖੁਦਾ ਹੈ ਜਿਸ ਦੇ ਵਿੱਚ ਤਿੰਨ ਸ਼ਖਸ ਹਨ। ਤਿੰਨੋਂ ਸ਼ਖਸ ਇੱਕ ਖੁਦਾ ਬਣਦਾ ਹੈ। ਇਹ ਤਿੰਨ ਅਲੱਗ-ਅਲੱਗ ਖੁਦਾ ਨਹੀਂ, ਸਗੋਂ ਇੱਕ ਖੁਦਾ ਹੈ ਅਤੇ ਉਹੀ ਇੱਕ ਖੁਦਾ ਸਾਡੇ ਵਿਚਕਾਰ ਰਹਿੰਦਾ ਹੈ। ਹੁਣ ਅਸੀਂ ਇਹ ਤਿੰਨੋਂ ਸ਼ਖਸ ਕਿਸ ਤਰ੍ਹਾਂ ਸਾਡੇ ਵਿੱਚ ਰਹਿੰਦਾ ਹੈ ਅਤੇ ਸਾਡੇ ਲਈ ਕੀ ਕੀਤਾ, ਉਹਦੇ ਬਾਰੇ ਅਸੀਂ ਮਨੋਚਿੰਤਨ ਕਰੀਏ। ਇਹਦੇ ਵਿੱਚ ਲਿਖਿਆ, ਖੁਦਾ ਬਾਪ ਨੇ ਸਾਡੀ ਮੁਕਤੀ ਦਾ ਕੰਮ ਆਰੰਭ ਕੀਤਾ ਹੈ। ਪਾਕ ਕਲਾਮ ਸਾਨੂੰ ਇਹ ਸਿਖਾਉਂਦਾ ਹੈ ਕਿ ਖੁਦਾ ਬਾਪ ਨੇ ਸਾਡੀ ਮੁਕਤੀ ਦਾ ਕੰਮ ਆਰੰਭ ਕੀਤਾ ਹੈ। ਪੁਰਾਣੇ ਨੇਮ ਦੇ ਵਿੱਚ ਅਸੀਂ ਵੇਖਦੇ ਹਾਂ ਕਿਸ ਤਰ੍ਹਾਂ ਖੁਦਾ ਬਾਪ ਨੇ ਇਸ ਦੁਨੀਆ ਦੀ ਰਚਨਾ ਕੀਤੀ, ਕਿਸ ਤਰ੍ਹਾਂ ਖੁਦਾ ਬਾਪ ਨੇ ਇਸ ਦੁਨੀਆ ਦੇ ਵਿੱਚ ਮਨੁੱਖ ਦੀ ਰਚਨਾ ਕੀਤੀ ਅਤੇ ਕਿਸ ਤਰ੍ਹਾਂ ਖੁਦਾ ਬਾਪ ਨੇ ਇਸ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਇਸਰਾਇਲ ਕੌਮ ਦੇ ਲਈ ਵੱਖ-ਵੱਖ ਕੰਮ ਕੀਤਾ। ਅਤੇ ਉਹ ਖੁਦਾ ਬਾਪ ਫਿਰ ਦੂਜਾ ਸ਼ਖਸ ਨੂੰ, ਆਪਣੇ ਇਕਲੌਤੇ ਬੇਟਾ ਪ੍ਰਭੂ ਯਿਸੂ ਮਸੀਹ ਨੂੰ ਇਸ ਧਰਤੀ ਉੱਤੇ ਘੱਲਦਾ ਹੈ। ਕਿਉਂ ਘੱਲਿਆ? ਹੁਣ ਪ੍ਰਭੂ ਯਿਸੂ ਮਸੀਹ ਜੋ ਦੂਜਾ ਸ਼ਖਸ ਹੈ, ਉਸ ਨੂੰ ਇਸ ਧਰਤੀ ਉੱਤੇ ਆਉਣ ਦਾ ਮਤਲਬ ਸਾਨੂੰ ਸੰਧੀ ਯੋਹੰਨਾ ਦੀ ਅੰਜੀਲ ਦੇ 3 ਬਾਬ ਦੇ 16ਵਾਂ ਅਧਿਆਇ ਵਿੱਚ ਪੜ੍ਹ ਸਕਦੇ ਹਾਂ, ਜਿਸ ਦੇ ਵਿੱਚ ਲਿਖਿਆ ਹੈ, ਖੁਦਾ ਇਸ ਸੰਸਾਰ ਨਾਲ ਹੀ ਨਹੀਂ ਕਿ ਪਿਆਰ ਕੀਤਾ ਕਿ ਉਹ ਆਪਣੇ ਇਕਲੌਤੇ ਪੁੱਤਰ ਨੂੰ ਇਸ ਧਰਤੀ ਉੱਤੇ ਘੱਲਿਆ ਤਾਂ ਜੋ ਅਸਾਂ ਸਾਰੇ ਉਹਨਾਂ ਤੇ ਵਿਸ਼ਵਾਸ ਕਰੇ, ਕਦੇ ਨਾਸ਼ ਨਾ ਹੋ ਜਾਵੇ, ਸਗੋਂ ਅਨੰਤ ਜੀਵਨ ਪਾ ਸਕੇ। ਪ੍ਰਭੂ ਯਿਸੂ ਮਸੀਹ ਨੇ ਇਸ ਧਰਤੀ ਉੱਤੇ ਘੱਲਣ ਦਾ ਖਾਸ ਮਕਸਦ, ਮਤਲਬ ਇਹੀ ਹੈ ਕਿ ਅਸਾਂ ਸਾਰੇ ਉਹਨਾਂ ਤੇ ਵਿਸ਼ਵਾਸ ਕਰੇ ਅਤੇ ਸਾਡੇ ਗੁਨਾਹ ਦੇ ਪ੍ਰਤੀ ਪ੍ਰਭੂ ਯਿਸੂ ਮਸੀਹ ਮਰਨਗੇ ਅਤੇ ਫਿਰ ਜੀ ਉਠਣਗੇ। ਉਹਨਾਂ ਨੇ ਸਾਨੂੰ ਨਾਸ਼ ਨਾ ਕਰੇ, ਸਗੋਂ ਸਾਨੂੰ ਅਨੰਤ ਜੀਵਨ ਦੇਵੇ। ਇਸ ਮਕਸਦ ਦੇ ਲਈ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਤੇ ਆਇਆ, ਸਾਨੂੰ ਨਜਾਤ ਬਖਸ਼ਣ ਲਈ, ਸਾਨੂੰ ਮੁਕਤੀ ਦਿਲਾਉਣ ਲਈ, ਪਾਪਾਂ ਤੋਂ ਸਾਨੂੰ ਮੁਕਤੀ ਦਿਲਾਉਣ ਲਈ। ਇਹ ਦੂਜਾ ਸ਼ਖਸ ਹੈ। ਹੁਣ ਤੀਜਾ ਸ਼ਖਸ ਖੁਦਾ ਰੂਹ ਪਾਕ। ਖੁਦਾ ਰੂਹ ਪਾਕ ਕਲੀਸਿਆ ਵਿੱਚ ਵਾਸ ਕਰਦਾ ਅਤੇ ਕਲੀਸਿਆ ਨੂੰ ਵਧਾਉਂਦਾ ਹੈ। ਇਹ ਰੂਹ ਪਾਕ ਕਲੀਸਿਆ ਦੇ ਮੈਂਬਰਾਂ ਨੂੰ ਪ੍ਰਾਰਥਨਾ ਕਰਨ ਵਿੱਚ ਮਦਦ ਕਰਦਾ, ਪ੍ਰਭੂ ਯਿਸੂ ਦੇ ਜ਼ਰੀਏ ਖੁਦਾ ਨੂੰ ਬਾਪ ਕਹਿ ਕੇ ਬੁਲਾਉਣ ਵਿੱਚ ਸਹਾਇਤਾ ਕਰਦਾ ਹੈ। ਰੂਹ ਪਾਕ ਹਰ ਮਸੀਹੀ ਨੂੰ ਪ੍ਰਭੂ ਯਿਸੂ ਦੇ ਜ਼ਰੀਏ ਬਾਪ ਤੱਕ ਪਹੁੰਚਣ ਦਾ ਰਾਹ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਡੇ ਲਈ ਇੱਕ ਮਦਦਗਾਰ ਘੱਲਾਂਗਾ। ਮਦਦਗਾਰ ਖੁਦਾ ਰੂਹ ਪਾਕ ਹੈ ਅਤੇ ਉਹੀ ਰੂਹ ਪਾਕ ਅੱਜ ਸਾਡੇ ਕੈਥੋਲਿਕ ਚਰਚ ਦੇ ਵਿੱਚ ਅਸਾਂ ਸਾਰਿਆਂ ਦੀ ਅਗਵਾਈ ਕਰਦਾ ਹੈ ਅਤੇ ਸਾਡੀ ਅਗਵਾਈ ਕਰਨ ਦੇ ਰਾਹੀਂ ਸਾਨੂੰ ਵਿਸ਼ਵਾਸ ਦੇ ਵਿੱਚ ਮਜ਼ਬੂਤ ਬਣਾਉਂਦਾ ਹੈ। ਅਤੇ ਰੂਹ ਪਾਕ ਦਾ ਖਾਸ ਕੰਮ ਇਹ ਹੈ ਕਿ ਸਾਨੂੰ ਵਿਸ਼ਵਾਸ ਦੇ ਵਿੱਚ ਮਜ਼ਬੂਤ ਕਰੇ, ਪ੍ਰਭੂ ਦੇ ਲਈ ਇੱਕ ਸੱਚਾ ਸਿਪਾਹੀ ਬਣਾਵੇ। ਤੇ ਅੱਜ ਮੈਨੂੰ ਵੀ ਤੁਹਾਨੂੰ ਵੀ ਇਹੀ ਸੱਦਾ ਮਿਲਿਆ ਕਿ ਅਸਾਂ ਸਾਰੇ ਪ੍ਰਭੂ ਦੇ ਲਈ ਇੱਕ ਸੱਚਾ ਸਿਪਾਹੀ ਬਣੇ, ਪ੍ਰਭੂ ਯਿਸੂ ਮਸੀਹ ਦੇ ਲਈ, ਪਾਕ ਤਸਲੀਸ ਇੱਕ ਖੁਦਾ ਦੇ ਲਈ ਇੱਕ ਸੱਚਾ ਗਵਾਹ ਬਣੇ ਅਤੇ ਗਵਾਹ ਬਣਨ ਦੇ ਰਾਹੀਂ ਉਹਨਾਂ ਦੇ ਲਈ ਗਵਾਹੀ ਦੇ ਕੇ ਹਮੇਸ਼ਾ ਲੋਕਾਂ ਦੇ ਸਾਹਮਣੇ ਪ੍ਰਭੂ ਦੇ ਪ੍ਰਤੀ ਇੱਕ ਸ਼ਹੀਦ ਬਣਨਾ ਹੈ ਕਿ ਅਸੀਂ ਵੀ ਆਪਣੀ ਜ਼ਿੰਦਗੀ ਖੁਦਾ ਦੇ ਲਈ ਸਮਰਪਿਤ ਕਰਨੀ ਹੈ। ਸੋ ਪਿਆਰੇ ਬੱਚਿਓ, ਇਹ ਪਾਕ ਤਸਲੀਸ ਇੱਕ ਖੁਦਾ ਜਿਸ ਦੇ ਵਿੱਚ 3 ਸ਼ਖਸ ਹੈ, ਖੁਦਾ ਬਾਪ, ਖੁਦਾ ਬੇਟਾ ਤੇ ਖੁਦਾ ਰੂਹ ਪਾਕ। ਇਹ ਤਿੰਨੋਂ ਸ਼ਖਸ ਮਿਲਾ ਕੇ ਇੱਕ ਖੁਦਾ ਬਣਦਾ ਹੈ ਅਤੇ ਇੱਕ ਖੁਦਾ ਅਸਾਂ ਸਾਰਿਆਂ ਨੂੰ ਅੱਜ ਇਸ ਧਰਤੀ ਉੱਤੇ ਹੋਂਦ ਵਿੱਚ ਰੱਖਦਾ ਹੈ। ਇਹਦੇ ਵਿੱਚ ਖਾਸ ਕਰਕੇ 2 ਤਰ੍ਹਾਂ ਦੇ ਸੁਭਾਵ ਹੁੰਦੇ ਨੇ।
ਅਸੀਂ ਵੇਖਦੇ ਹਾਂ ਪਾਕ ਤਸਲੀਸ ਇੱਕ ਖੁਦਾ ਦੇ ਇੱਕ ਸੁਭਾਵ ਹੈ, ਇਲਾਹੀ ਸੁਭਾਵ। ਅਤੇ ਉਸ ਤੋਂ ਇਲਾਵਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਦੋ ਤਰ੍ਹਾਂ ਦੇ ਸੁਭਾਵ ਹੈ, ਪੂਰਨ ਤੌਰ ਤੇ ਇਲਾਹੀ, ਪੂਰਨ ਤੌਰ ਤੇ ਖੁਦਾ ਹੈ, ਅਤੇ ਮਨੁੱਖੀ ਸੁਭਾਵ, ਪੂਰਨ ਤੌਰ ਤੇ ਪ੍ਰਭੂ ਯਿਸੂ ਇੱਕ ਇਨਸਾਨ ਵੀ ਹੈ। ਇਹ ਨਾ ਸਮਝੋ ਕਿ ਪ੍ਰਭੂ ਯਿਸੂ ਮਸੀਹ ਸਿਰਫ ਖੁਦਾ ਹੈ, ਪ੍ਰਭੂ ਯਿਸੂ ਮਸੀਹ ਪੂਰਨ ਤੌਰ ਤੇ ਮਨੁੱਖ ਵੀ ਹੈ। ਇਸ ਲਈ ਇੱਕ ਮਨੁੱਖ ਦਾ ਰੂਪ ਲੈ ਕੇ ਇਸ ਧਰਤੀ ਉੱਤੇ ਪ੍ਰਭੂ ਯਿਸੂ ਜਨਮ ਲਿਆ। ਸੰਤ ਯੋਹੰਨਾ ਦੀ ਅੰਜੀਲ ਦੇ ਪਹਿਲਾ ਬਾਬ ਦੇ 14 ਆਇਤ ਵਿੱਚ ਅਸੀਂ ਇਹ ਪੜ੍ਹਦੇ ਹਾਂ, ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿੱਚ ਡੇਰਾ ਲਾਇਆ ਹੈ। ਸੋ ਪਿਆਰਿਓ, ਇਹ ਪਾਕ ਤਸਲੀਸ ਇੱਕ ਖੁਦਾ ਨੂੰ ਅਸੀਂ ਮੰਨਣਾ ਚਾਹੀਦਾ। ਇਹ ਸਾਡੇ ਵਿਸ਼ਵਾਸ ਦਾ ਪ੍ਰਗਟਾਵਾ ਹੈ। ਸਾਡੇ ਕੈਥੋਲਿਕ ਈਮਾਨ ਅਤੇ ਰਸੂਲੀ ਸਿੱਖਿਆ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਇੱਕ ਖੁਦਾ ਵਿੱਚ ਤਿੰਨ ਸ਼ਖਸ ਹਨ, यानी खुदा बाप, बेटा ते रूह पाक। ये तीनों शख्स एक खुदा है। ये तीनों ही एक अते इलाही जात रखते हैं। ये भेद ਨੂੰ ਪਾਕ ਤਸਲੀਸ ਕਹਿੰਦੇ ਹਨ। ਸੋ ਆਈਏ ਅਸੀਂ ਇਸ ਸੱਚਾਈ ਨੂੰ ਮੰਨੀਏ, ਆਪਣੇ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੋਣ ਲਈ ਆਪਣੀ ਜ਼ਿੰਦਗੀ ਦੇ ਵਿੱਚ, ਦਿਲਾਂ ਦੇ ਵਿੱਚ ਸਵੀਕਾਰ ਕਰੀਏ। ਹੁਣ ਲਾਸਟ ਜਿਹੜੇ ਟੌਪਿਕ ਹੈ, ਪ੍ਰਭੂ ਯਿਸੂ ਦੁਨੀਆ ਦਾ ਚਾਨਣ। ਪ੍ਰਭੂ ਯਿਸੂ ਖੁਦ ਕਹਿੰਦਾ ਹੈ ਕਿ मैं इस पूरे दुनिया दे चानण हाँ। प्रभु यीशु सिर्फ थोड़े कौम के लिए नहीं या थोड़े लोगों के लिए कोई चानण बन के नहीं आया। प्रभु यीशु मसीह इस संसार दे चानण बन के आया, पूरी दुनिया दे चानण बन के आया, पूरी दुनिया नूं रोशनी देण लई आया, पूरी दुनिया नूं हर तरह दे गुनाह दे जो अंधकार हनेरे है उस हनेरे तो बचाउण लई प्रभु यीशु मसीह चानण बन के इस धरती उत्ते आया। इस दे विच लिखिया है प्रभु यीशु दुनिया दा चानण है। संत यूहन्ना पाक अंजील विच बयान करदा है कि प्रभु यीशु संसार दा चानण है अते हनेरा उस नूं दबा नहीं सकदा। संत यूहन्ना दी अंजील दे पहला बाब दे 5वां आयत तो 9 आयत तक यशायाह नबी द्वारा कीती भविष्यवाणी प्रभु यीशु मसीह विच पूरी हो जाती है कि ਉਹ ਲੋਕ ਜੋ ਹਨੇਰੇ ਵਿੱਚ ਰਹਿੰਦੇ ਸਨ ਇੱਕ ਵੱਡਾ ਚਾਨਣ ਦੇਖਿਆ ਹੈ। ਸੰਤ ਮਤੀ ਦੀ ਅੰਜੀਲ 4 ਬਾਬ ਦੇ 16ਵਾਂ ਆਇਤ। ਇਸ ਦੇ ਰਾਹੀਂ ਸਾਨੂੰ ਯਹੀ ਸਿੱਖਣ ਨੂੰ ਮਿਲਦਾ ਹੈ ਕਿ ਸਾਡੇ ਪ੍ਰਭੂ ਮੇਰਾ ਵੀ, ਤੁਹਾਡਾ ਵੀ ਅਤੇ ਇਸ ਦੁਨੀਆ ਦਾ ਹਰ ਤਰ੍ਹਾਂ ਦੇ ਗੁਨਾਹ ਦੇ ਹਨੇਰੇ ਤੋਂ ਬਚਾਉਣ ਲਈ ਆਇਆ ਅਤੇ ਸਾਨੂੰ ਚਾਨਣ ਪ੍ਰਦਾਨ ਕੀਤਾ ਹੈ। ਸੋ ਪਿਆਰੇ ਬੱਚਿਓ, ਇਹਨਾਂ ਸਾਰੇ ਗੱਲਾਂ ਨੂੰ ਅਸੀਂ ਚੰਗੀ ਤਰ੍ਹਾਂ ਸਮਝੀਏ, ਜਾਣੀਏ, ਪੜ੍ਹੀਏ ਅਤੇ ਸਾਡੇ ਵਿਸ਼ਵਾਸ ਨੂੰ ਹੁਣ ਮਜ਼ਬੂਤ ਕਰੀਏ। ਹੁਣ ਮੈਂ ਤੁਹਾਡੇ ਧਿਆਨ ਜੋ ਅੱਜ ਦੇ ਇਸ ਅਧਿਆਇ ਦੇ ਖਾਸ ਕਰਕੇ 5 ਸਵਾਲ ਹਨ, ਉਸ 5 ਸਵਾਲਾਂ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ। ਪਹਿਲਾ ਸਵਾਲ ਇਹ ਹੈ, ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਭੂ ਯਿਸੂ ਦੇ ਬਾਰੇ ਕੀ ਗਵਾਹੀ ਦਿੱਤੀ? ਇਸ ਦੇ ਵਿੱਚ ਅਸੀਂ ਵੇਖਦੇ ਹਾਂ ਸੰਤ ਯੂਹੰਨਾ ਦੇ ਅੰਜੀਲ ਪਹਿਲਾ ਬਾਬ ਦੇ 29 ਆਇਤ ਤੋਂ 34 ਆਇਤ ਤੱਕ, ਜਿੱਥੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਯੂਹੰਨਾ ਬਪਤਿਸਮਾ ਦੇਣ ਵਾਲਾ ਕਿਸ ਤਰ੍ਹਾਂ ਵੱਖ-ਵੱਖ ਗਵਾਹੀ ਦਿੱਤੀ ਹੈ ਉਸ ਦੇ ਬਾਰੇ ਲਿਖਿਆ ਹੈ। ਸੋ ਯੂਹੰਨਾ ਦੀ ਗਵਾਹੀ ਜੋ ਟੌਪਿਕ ਹੈ ਉਹਦੇ ਵਿੱਚੋਂ ਤੁਹਾਨੂੰ ਇਸ ਦੇ ਜਵਾਬ ਮਿਲੇਗਾ। ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਯਿਸੂ ਦੇ ਬਪਤਿਸਮੇ ਦੀ ਕੀ ਮਹੱਤਤਾ ਹੈ। ਹੁਣ ਇੰਝ ਹੀ ਹੋਣ ਦਿਓ, ਕਿਉਂਕਿ ਸਾਡੇ ਲਈ ਇਹੀ ਜਚਦਾ ਹੈ ਕਿ ਅਸੀਂ ਇਸ ਤਰ੍ਹਾਂ ਸਾਰੀ ਧਾਰਮਿਕਤਾ ਨੂੰ ਪੂਰਾ ਕਰੀਏ। ਜਦੋਂ ਪ੍ਰਭੂ ਯਿਸੂ ਮਸੀਹ ਦੇ ਬਪਤਿਸਮੇ ਦੇ ਬਾਰੇ ਬਪਤਿਸਮਾ ਲੈਣ ਦੇ ਲਈ ਯੋਹੰਨਾ ਬਪਤਿਸਮਾ ਕੋਲ ਗਿਆ, ਉਸ ਸਮਾਂ ਯੋਹੰਨਾ ਬਪਤਿਸਮਾ ਨੇ ਮਨਾ ਕੀਤਾ, ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦਾ ਇਸ ਧਾਰਮਿਕਤਾ ਨੂੰ ਪੂਰਾ ਕਰਨ ਲਈ ਪ੍ਰਭੂ ਯਿਸੂ ਮਸੀਹ ਬਪਤਿਸਮਾ ਲਿਆ। ਉਸ ਦੇ ਨਾਲੋਂ ਨਾਲ ਅਸੀਂ ਇੱਕ ਹੋਰ ਜਵਾਬ ਦੇ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਦੇ ਬਪਤਿਸਮੇ ਦੌਰਾਨ ਪਾਕ ਤਸਲੀਸ ਦੇ ਭੇਦ ਦਾ ਪ੍ਰਗਟਾਵਾ ਹੋਇਆ। ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤਸਲੀਸ ਦੇ ਤਿੰਨੋਂ ਸ਼ਖਸ ਇੱਕ ਸਮਾਂ ਦੇ ਵਿੱਚ ਇੱਕ ਥਾਂ ਤੇ ਇਕੱਠੇ ਹੋ ਗਏ ਤੇ ਇਹ ਇੱਕ ਪ੍ਰਗਟਾਵਾ ਹੈ। ਅਤੇ ਉਸ ਤੋਂ ਇਲਾਵਾ ਖੁਦਾ ਰੂਹ ਪਾਕ ਕਬੂਤਰ ਦੀ ਸ਼ਕਲ ਵਿੱਚ ਖੁਦਾ ਬੇਟੇ ਤੇ ਠਹਿਰਿਆ। ਇਸ ਤਰ੍ਹਾਂ ਖੁਦਾ ਨੇ ਪਾਕ ਤਸਲੀਸ ਦਾ ਗਹਿਰਾ ਭੇਦ ਸਾਡੇ ਤੇ ਪ੍ਰਗਟ ਕੀਤਾ ਜੋ ਮਨੁੱਖੀ ਦਿਮਾਗ ਦੀ ਸਮਝ ਤੋਂ ਪਰੇ ਹੈ। ਸੋ ਪ੍ਰਭੂ ਯਿਸੂ ਦੇ ਬਪਤਿਸਮੇ ਦੇ ਬਾਰੇ ਇਹ ਜਾਣਨਾ ਚਾਹੀਦਾ, ਇਹ ਮਹੱਤਤਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਬਪਤਿਸਮੇ ਦਾ ਸਮਾਂ ਪਾਕ ਤਸਲੀਸ ਇੱਕ ਖੁਦਾ ਜੋ ਭੇਦ ਹੈ ਉਸ ਸਮਾਂ ਮੌਜੂਦ ਸੀ। ਸੋ ਇਹ ਜਵਾਬ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਤੇ ਅੱਜ ਦੇ ਇਸ ਅਧਿਆਇ ਦੇ ਵਿੱਚੋਂ ਪੜ੍ਹ ਸਕਦੇ ਹਾਂ। ਤੀਸਰਾ ਸਵਾਲ ਇਹ ਹੈ, ਬਾਪ, ਬੇਟਾ ਤੇ ਰੂਹ ਪਾਕ ਦਾ ਕਿਹੜਾ ਭੇਦ ਬਪਤਿਸਮੇ ਸਮਾਂ ਜ਼ਾਹਿਰ ਕੀਤਾ ਗਿਆ?
ਸਿੰਪਲ ਆਨਸਰ ਪਾਕ ਤਸਲੀਸ ਦਾ ਭੇਦ, ਜਿਸ ਦੇ ਵਿੱਚ ਖੁਦਾ ਬਾਪ, ਖੁਦਾ ਬੇਟਾ ਤੇ ਖੁਦਾ ਰੂਹ ਪਾਕ ਮੌਜੂਦ ਹਨ। ਤਿੰਨੋਂ ਸ਼ਖਸ ਮਿਲਾ ਕੇ ਪਾਕ ਤਸਲੀਸ ਇੱਕ ਖੁਦਾ ਬਣਦਾ ਹੈ। ਸੋ ਇਹ ਭੇਦ ਉਸ ਸਮਾਂ ਪ੍ਰਭੂ ਯਿਸੂ ਦੇ ਬਪਤਿਸਮੇ ਦੇ ਸਮਾਂ ਉੱਥੇ ਬਪਤਿਸਮੇ ਦੇ ਸਮਾਂ ਜ਼ਾਹਿਰ ਕੀਤਾ ਗਿਆ ਹੈ। ਪਾਕ ਤਸਲੀਸ ਦਾ ਭੇਦ ਦਾ ਕੀ ਭਾਵ ਹੈ, ਕੀ ਮਤਲਬ ਹੈ? ਸਾਡੇ ਕੈਥੋਲਿਕ ਈਮਾਨ ਅਤੇ ਰਸੂਲੀ ਸਿੱਖਿਆ ਸਾਨੂੰ ਸਿਖਾਉਂਦੀ ਹੈ ਕਿ ਇੱਕ ਖੁਦਾ ਵਿੱਚ ਤਿੰਨ ਸ਼ਖਸ ਹਨ, यानी खुदा बाप, खुदा बेटा ਅਤੇ खुदा रूह पाक। ये तीनों शख्स एक खुदा है। ये तीनों ही एक ਅਤੇ ਇਲਾਹੀ ਜਾਤ ਰੱਖਦੇ ਹਨ। ਇਸ ਭੇਦ ਨੂੰ ਪਾਕ ਤਸਲੀਸ ਕਹਿੰਦੇ ਹਾਂ। ਸੋ ਇਸ ਸਵਾਲ ਦਾ ਜਵਾਬ यही है, पाक तसलीस ਦਾ ਕੀ ਭਾਵ ਹੈ। ਲਾਸਟ ਸਵਾਲ यही है, प्रभु यीशु दुनिया ਦਾ ਚਾਨਣ, ਇਸ ਤੋਂ ਕੀ ਭਾਵ ਹੈ? ਇਹ ਆਖਰੀ ਸਵਾਲ ਹੈ। आखिरी सवाल का जवाब यही है कि प्रभु यीशु दुनिया का चानण है। संत यूहन्ना पाक अंजील विच बयान करता है कि प्रभु यीशु संसार का चानण है ਅਤੇ ਹਨੇਰਾ ਉਸ ਨੂੰ ਦਬਾ ਨਹੀਂ ਸਕਦਾ। ਪਹਿਲਾ ਬਾਬ ਦੇ 5ਵਾਂ ਆਇਤ ਤੋਂ 9 ਆਇਤ ਤੱਕ ਯਸ਼ਯਾ ਨਬੀ ਦੀ ਦੁਆਰਾ ਕੀਤੀ ਭਵਿੱਖਬਾਣੀ ਪ੍ਰਭੂ ਯਿਸੂ ਮਸੀਹ ਵਿੱਚ ਪੂਰੀ ਹੋ ਜਾਂਦੀ ਹੈ ਕਿ ਉਹ ਲੋਕ ਜੋ ਹਨੇਰੇ ਵਿੱਚ ਰਹਿੰਦੇ ਸਨ ਇੱਕ ਵੱਡਾ ਚਾਨਣ ਦੇਖਿਆ। ਸੰਤ ਮਤੀ ਦੀ ਅੰਜੀਲ उसका 4 बाब दे 16वां आयत। सो प्रभु यीशु मसीह इस दुनिया का चानण, इसका मतलब यही है। सो प्यारियों, हुण तुहाडे लई समा है प्रभु यीशु मसीह दे बारे होर भी जानन लई, जो खुदा दा लैला, जो साडे लई तुहाडे लई इस दुनिया दे लई लैला बन के साडे सारे दे गुनाह नूं चुक के लेके जाण लई आया, सानूं नजात बख्शिया है, उस प्रभु नूं जानन लई। सो आइए असीं अज दे इस जो अध्याय अज दा दिन पढ़िया सीखिया है, अपनी जिंदगी दे विच स्वीकार करना ते अपनी जिंदगी दे नाल जोड़ना है। फिर असी जानिए प्रभु नूं, फिर प्रभु यीशु एक सच्चा लैला किस तरह मेरे लिए तुहाडे लिए बनिया, उस दे बारे होर भी समझ लगणगी। सो आइए असी इस वरदान दे लई अते प्रभु दे बारे होर भी जानकारी लैण लई साडे प्रभु तो आशीष मंगीए। खुदा तुहानूं सारिआं नूं बरकत देवे ते अगले क्लास दे लई तुसीं अपने आप ਨੂੰ ਤਿਆਰ ਕਰੋ ਅਤੇ ਆਉਣ ਵਾਲਾ ਅਗਲਾ ਅਧਿਆਇ ਦੇ ਵਿੱਚ ਹੋਰ ਵੀ ਵਧੀਆ ਢੰਗ ਦੇ ਨਾਲ ਪ੍ਰਭੂ ਯਿਸੂ ਮਸੀਹ ਦੇ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ।